ਗੁੱਡ ਮਾਰਨਿੰਗ ਸਟੂਡੈਂਟਸ ਅੱਜ ਆਪਾਂ ਆਪਣੇ ਇਸ ਤੋਂ ਨੈਕਸਟ ਟੌਪਿਕ ਬਾਰੇ ਡਿਸਕਸ਼ਨ ਹੈ ਜਿਹੜੀ ਉਹ ਕਰਾਂਗੇ। ਆਪਣਾ ਅੱਜ ਦਾ ਟੌਪਿਕ ਹੋਏਗਾ ਐਰਰਸ ਨਾਟ ਡਿਸਕਲੋਜ਼ਡ ਬਾਈ ਟਰਾਇਲ ਬੈਲੈਂਸ, ਕਿ ਉਹ ਗਲਤੀਆਂ ਜਿਹੜੀਆਂ ਟਰਾਇਲ ਬੈਲੈਂਸ ਦੇ ਦੁਆਰਾ ਡਿਸਕਲੋਜ਼ ਨਹੀਂ ਕੀਤੀਆਂ ਜਾਂਦੀਆਂ, ਯਾਨੀ ਕਿ ਟਰਾਇਲ ਬੈਲੈਂਸ ਦੇ ਵਿੱਚੋਂ ਜਿਹੜੀਆਂ ਗਲਤੀਆਂ ਨੂੰ ਅਸੀਂ ਨਹੀਂ ਲੱਭ ਸਕਦੇ। ਇਹ ਕੁਛ ਇੱਦਾਂ ਦੀਆਂ ਗਲਤੀਆਂ ਹੁੰਦੀਆਂ, ਕੁਛ ਇੱਦਾਂ ਦੇ ਐਰਰਸ ਹੁੰਦੇ ਆ ਕਿ ਉਹ ਕਿਸੇ ਵੀ ਤਰ੍ਹਾਂ ਨਾਲ ਟਰਾਇਲ ਬੈਲੈਂਸ ਦੇ ਜਿਹੜਾ ਐਗਰੀਮੈਂਟ ਹੁੰਦਾ ਉਹਨੂੰ ਕੋਈ ਇਫੈਕਟ ਨਹੀਂ ਕਰਦੇ, ਕੋਈ ਪ੍ਰਭਾਵਿਤ ਨਹੀਂ ਕਰਦੇ। ਕਿਉਂਕਿ ਜਿਹੜੇ ਇਹ ਬੈਲੈਂਸ ਹੁੰਦੇ ਆ, ਜੋ ਗਲਤੀਆਂ ਹੁੰਦੀਆਂ, ਉਹ ਸਾਡੇ ਟਰਾਇਲ ਬੈਲੈਂਸ ਦੇ ਜਿਹੜੇ ਟੋਟਲ ਨੂੰ ਕੀ ਆ ਇਕੁਅਲ ਹੀ ਰੱਖਦੇ ਆ। ਜਾਂ ਕਈ ਵਾਰੀ ਇੱਦਾਂ ਹੋ ਜਾਂਦਾ ਕਿ ਕੋਇਨਸੀਡੈਂਟਲੀ ਜਿਹੜੇ ਸਾਡੇ ਟੋਟਲ ਆ ਉਹ ਇਕੁਅਲ ਆ ਜਾਂਦੇ ਆ, ਸਾਨੂੰ ਪਤਾ ਹੀ ਨਹੀਂ ਚੱਲਦਾ ਕਿ ਇਹ ਗਲਤੀਆਂ ਹੋਈਆਂ ਵੀ ਸੀਗੀਆਂ ਸਾਡੇ ਪਿੱਛੇ ਕਿਸੇ ਵੀ ਅਕਾਊਂਟ ਦੇ ਵਿੱਚ। ਤਾਂ ਇਹ ਜਿਹੜੇ ਟਰਾਇਲ ਬੈਲੈਂਸ ਦੇ ਵਿੱਚ ਜਿਹੜੀਆਂ ਮਿਸਟੇਕਸ ਆ ਸਾਨੂੰ ਪਤਾ ਨਹੀਂ ਲੱਗਦੀਆਂ, ਉਹਦਾ ਰੀਜ਼ਨ ਇਹ ਹੁੰਦਾ ਕਿ ਉਹਨੂੰ ਅਸੀਂ ਜਿੰਨੇ ਵਾਰੀ ਮਰਜ਼ੀ ਚੈੱਕ ਕਰ ਲਈਏ ਉਹ ਸਾਡੇ ਤੋਂ ਪਤਾ ਹੀ ਨਹੀਂ ਕੀਤੀਆਂ ਜਾਂਦੀਆਂ ਵੀ ਹਾਂ ਇਹ ਗਲਤੀਆਂ ਹੋਈਆਂ, ਪਿੱਛੇ ਹੋਈਆਂ ਜਾਂ ਕੋਈ ਹੋਰ ਰੀਜ਼ਨ ਕਰਕੇ ਇੱਥੇ ਗਲਤ ਲਿਖੀ ਗਈ ਆ। ਸੋ ਕੁਛ ਐਰਰਸ ਇੱਦਾਂ ਦੇ ਹੁੰਦੇ ਆ ਜਿਹਦੇ ਤੋਂ ਸਾਨੂੰ ਟਰਾਇਲ ਬੈਲੈਂਸ ਤੋਂ ਨਹੀਂ ਲੱਭਦੇ। ਮੋਸਟ ਆਫ ਦੀ ਸਾਨੂੰ ਟਰਾਇਲ ਬੈਲੈਂਸ ਦੇ ਵਿੱਚੋਂ ਗਲਤੀਆਂ ਪਤਾ ਲੱਗ ਜਾਂਦੀਆਂ ਕਿ ਟੋਟਲ ਬਰਾਬਰ ਨਹੀਂ ਆਇਆ, ਡੈਬਿਟ ਵੱਧ ਗਿਆ, ਕ੍ਰੈਡਿਟ ਵੱਧ ਗਿਆ, ਪਰ ਕਈ ਇੱਦਾਂ ਦੀਆਂ ਹੁੰਦੀਆਂ ਜਿਹੜੀਆਂ ਟਰਾਇਲ ਬੈਲੈਂਸ ਤੋਂ ਵੀ ਨਹੀਂ ਸਾਨੂੰ ਪਤਾ ਲੱਗਦੀਆਂ। ਸੋ ਉਹ ਅੱਜ ਆਪਾਂ ਦੇਖਾਂਗੇ। ਸੋ ਫਸਟਲੀ ਆਪਣੇ ਕੋਲ ਆ ਜਾਂਦਾ ਹੈ, ਆਪਣੇ ਕੋਲ ਫਸਟਲੀ ਆ ਜਾਏਗਾ ਕੰਪਲੀਟ ਓਮਿਸ਼ਨ। ਕੰਪਲੀਟ ਓਮਿਸ਼ਨ ਦਾ ਮਤਲਬ ਹੁੰਦਾ ਕਿ ਜਿਹੜੀ ਪੂਰੀ ਤਰ੍ਹਾਂ ਹੀ ਲਿਖੀ ਨਾ ਗਈ ਹੋਵੇ। ਕੰਪਲੀਟ ਓਮਿਸ਼ਨ ਦਾ ਮਤਲਬ ਕੀ ਹੁੰਦਾ? ਗਾਇਬ ਹੋ ਜਾਣਾ। ਕੋਈ ਟ੍ਰਾਂਜੈਕਸ਼ਨ ਅਗਰ ਪੂਰੀ ਤਰ੍ਹਾਂ ਹੀ ਟਰਾਇਲ ਬੈਲੈਂਸ ਦੇ ਵਿੱਚੋਂ ਗਾਇਬ ਹੋ ਜੇ, ਕਿਸੇ ਵੀ ਸਾਈਡ ਨਾਲ ਲਿਖੀ ਜਾਵੇ, ਕੋਈ ਉਹਦਾ ਰਿਕਾਰਡ ਨਾ ਹੋਵੇ, ਨਾ ਹੀ ਡੈਬਿਟ ਸਾਈਡ ਹੋਵੇ ਨਾ ਹੀ ਕ੍ਰੈਡਿਟ ਸਾਈਡ ਹੋਵੇ, ਤਾਂ ਉਹਦਾ ਕੋਈ ਅਸਰ ਨਹੀਂ ਹੋਊਗਾ ਟਰਾਇਲ ਬੈਲੈਂਸ ਦੇ ਵਿੱਚ। ਕਿਉਂਕਿ ਜਦੋਂ ਐਂਟਰੀ ਨਹੀਂ ਹੋਊਗੀ ਅਸੀਂ ਉਹਨੂੰ ਚੈੱਕ ਕਿੱਦਾਂ ਕਰ ਸਕਦੇ ਹਾਂ? ਅਗਰ ਉਹ ਚੈੱਕ ਹੀ ਨਹੀਂ ਹੋਊਗੀ ਤਾਂ ਮਤਲਬ ਕਿ ਉਹਦੇ ਕੋਲ ਕੋਈ ਸਾਨੂੰ ਪਤਾ ਨਹੀਂ ਚੱਲੂਗਾ ਵੀ ਇਹ ਗਲਤੀ ਹੋਈ ਆ ਜਾਂ ਨਹੀਂ ਹੋਈ ਹੈ। ਈਵਨ ਕਿ ਉਸ ਗਲਤੀ ਦਾ ਕੋਈ ਇਫੈਕਟ ਨਹੀਂ ਹੋਊਗਾ ਸਾਡੇ ਟਰਾਇਲ ਬੈਲੈਂਸ 'ਤੇ। ਸੋ ਇਸ ਲਈ ਸਾਡੀਆਂ ਡੈਬਿਟ ਅਤੇ ਕ੍ਰੈਡਿਟ ਬੈਲੈਂਸ ਆ ਜਿਹੜੇ ਉਹ ਇਕੁਅਲ ਆ ਜਾਂਦੇ ਆ ਜਦੋਂ ਕੋਈ ਜਾਣਕਾਰੀ ਪੂਰੀ ਤਰ੍ਹਾਂ ਓਮਿਟਡ ਹੋਵੇ, ਯਾਨੀ ਕਿ ਗਾਇਬ ਹੋਵੇ। ਹਾਂ, ਜਿਵੇਂ ਇੱਥੇ ਉਹਨਾਂ ਨੇ ਆਪਣੀ ਐਗਜ਼ਾਮਪਲ ਦਿੱਤੀ ਆ ਵੀ ਕਿਸੇ ਪਰਸਨ ਤੋਂ ਪਰਚੇਜ਼ ਕੀਤਾ ਗਿਆ ਸੀ ਸਮਾਨ 500 ਦਾ। ਹੁਣ ਕਹਿੰਦੇ ਜਦੋਂ ਇਹ ਪੂਰੀ ਦੀ ਪੂਰੀ ਐਂਟਰੀ ਅਸੀਂ ਪਰਚੇਜ਼ ਬੁੱਕ ਦੇ ਵਿੱਚ ਹੀ ਨਹੀਂ ਲਿਖੀ, ਯਾਨੀ ਕਿ ਡੇਲੀ ਜਿਹੜੀ ਸਾਡੀ ਜਰਨਲ ਆ ਜਾਂ ਜਿਹੜੀ ਸਾਡੀ ਸਬਸਿਡਰੀ ਬੁੱਕ ਆ ਉਹਦੇ ਵਿੱਚ ਅਸੀਂ ਰਿਕਾਰਡ ਨਹੀਂ ਕੀਤੀ। ਹੁਣ ਜਦੋਂ ਇਹ ਕਿਸੇ ਜਗ੍ਹਾ 'ਤੇ ਰਿਕਾਰਡ ਨਹੀਂ ਹੋਈ ਆ ਤਾਂ ਅਸੀਂ ਉਹਦਾ ਰਿਕਾਰਡ ਜਿਹੜਾ ਉਹ ਨਹੀਂ ਪਾਵਾਂਗੇ, ਔਰ ਉਹਦੇ ਨਾਲ ਸਾਡਾ ਕੋਈ ਵੀ ਫਰਕ ਆ ਜਿਹੜਾ ਉਹ ਨਹੀਂ ਆਊਗਾ। ਇੱਕ ਵਾਰੀ ਇਹ ਐਂਟਰੀ ਕਿਤੇ ਵੀ ਨਹੀਂ ਲਿਖੀ ਗਈ ਹੈ, ਨਾ ਤਾਂ ਡੈਬਿਟ ਕੀਤਾ ਗਿਆ ਰਾਧੇ ਦਾ ਅਕਾਊਂਟ, ਨਾ ਹੀ ਜਿਹੜਾ ਕੀ ਆ ਪਰਚੇਜ਼ ਅਕਾਊਂਟ ਆ ਜਿਹੜਾ ਉਹ ਡੈਬਿਟ ਕੀਤਾ ਗਿਆ, ਨਾ ਹੀ ਰਾਧੇ ਦਾ ਅਕਾਊਂਟ ਕ੍ਰੈਡਿਟ ਕੀਤਾ ਗਿਆ। ਜਦੋਂ ਕੋਈ ਅਕਾਊਂਟ ਡੈਬਿਟ ਕ੍ਰੈਡਿਟ ਹੋਇਆ ਹੀ ਨਹੀਂ, ਫਿਰ ਅਸੀਂ ਕਿਵੇਂ ਕਹਿ ਸਕਦੇ ਹਾਂ ਵੀ ਐਂਟਰੀ ਗਲਤ ਹੈ, ਈਵਨ ਕਿ ਉਹ ਐਂਟਰੀ ਪਈ ਹੋਈ ਨਹੀਂ ਹੈ। ਨੈਕਸਟ ਆਪਣੇ ਕੋਲ ਆ ਜਾਂਦਾ ਐਰਰ ਆਫ ਕਮਿਸ਼ਨ। ਕਮਿਸ਼ਨ ਦੇ ਵਿੱਚ ਵੀ ਕਈ ਵਾਰੀ ਹੋ ਜਾਂਦਾ ਕਿ ਅਸੀਂ ਕਮਿਸ਼ਨ ਆ ਜਿਹੜੇ ਉਹ ਟਰਾਇਲ ਬੈਲੈਂਸ ਦੇ ਵਿੱਚ ਨਹੀਂ ਲਿਖ ਪਾਉਂਦੇ। ਕੁਛ ਐਰਰਸ ਇੱਦਾਂ ਦੇ ਹੁੰਦੇ ਆ ਜਿਹੜੇ ਕਮਿਸ਼ਨ ਜਿਹੜੇ ਸਾਡੇ ਟਰਾਇਲ ਬੈਲੈਂਸ ਦੇ ਨਾਲ ਜੁੜੇ ਹੁੰਦੇ ਜਾਂ ਕਿਸੇ ਵੀ ਕੰਮ ਨਾਲ ਜੁੜੇ ਹੁੰਦੇ ਆ, ਉਹਨਾਂ ਨੂੰ ਅਸੀਂ ਲਿਖਣਾ ਭੁੱਲ ਜਾਂਦੇ ਹਾਂ, ਤਾਂ ਉਹਦੇ ਨਾਲ ਵੀ ਜਿਹੜੇ ਟਰਾਇਲ ਬੈਲੈਂਸ ਦੇ ਜਿਹੜੇ ਟੋਟਲ ਹੋਣਗੇ ਉਹਦੇ ਵਿੱਚ ਕੋਈ ਇਫੈਕਟ ਨਹੀਂ ਹੋਊਗਾ। ਐਗਜ਼ਾਮਪਲ ਦੇ ਤੌਰ 'ਤੇ ਫਸਟ ਆਪਣੇ ਕੋਲ ਹੈਗਾ ਰੋਂਗ ਅਮਾਊਂਟ ਐਂਟਰਡ ਇਨ ਸਬਸਿਡਰੀ ਬੁੱਕ। ਹੁਣ ਕਮਿਸ਼ਨ ਦੇ ਵਿੱਚ ਮੋਸਟਲੀ ਇੱਦਾਂ ਹੋ ਜਾਂਦਾ ਕਿ ਅਸੀਂ ਕੋਈ ਗਲਤ ਅਮਾਊਂਟ ਲਿਖ ਦਿੰਦੇ ਹਾਂ। ਗਲਤ ਅਮਾਊਂਟ ਕਿਵੇਂ ਲਿਖ ਸਕਦੇ ਹਾਂ? ਹੁਣ ਦੇਣੇ ਅਸੀਂ ਕਿਸੇ ਨੂੰ 225 ਰੁਪਏ ਸੀਗੇ, 225, ਬਟ ਅਸੀਂ ਉਹਨੂੰ ਕਿੰਨਾ ਲਿਖ ਰਹੇ ਹਾਂ? 522। ਅਮਾਊਂਟ ਦੇ ਵਿੱਚ ਫ਼ਰਕ ਆ ਗਿਆ, ਅੱਗੇ ਪਿੱਛੇ ਵੈਲਿਊਜ਼ ਲਿਖਤੀਆਂ। ਸੋ ਉਹਦੇ ਨਾਲ ਕੀ ਆ, ਸਾਡਾ ਐਂਟਰੀ ਜ਼ਰੂਰ ਹੋਈ ਆ, ਡੈਬਿਟ ਕ੍ਰੈਡਿਟ ਦੀ ਐਂਟਰੀ ਜ਼ਰੂਰ ਪਈ ਹੈ, ਬਟ ਇੱਕ ਡਿਫਰੈਂਸ ਦੇ ਨਾਲ। ਉਹ ਡਿਫਰੈਂਸ ਸਾਡਾ ਕੀ ਸੀ? ਵੈਲਿਊ ਦਾ ਡਿਫਰੈਂਸ ਸੀ। ਸੋ ਦੋਨੋਂ ਕੈਸ਼ ਅਤੇ ਪਰਚੇਜ਼ ਅਕਾਊਂਟ ਆ ਜਿਹੜੇ ਉਹ ਇਸ ਚੀਜ਼ ਨਾਲ ਸ਼ੋਅ ਕਰਨਗੇ, ਹਾਲਾਂਕਿ ਇਹ ਗਲਤ ਆ। ਔਨੀ ਅਮਾਊਂਟ ਇਹ ਵਾਲੀ ਸੀ, ਬਟ ਲਿਖ ਕਿਹੜੀ ਦਿੱਤੀ ਹੈ? ਇਹ ਵਾਲੀ। ਨੈਕਸਟ ਆਪਣੇ ਕੋਲ ਆ ਜਾਂਦਾ ਹੈ ਐਂਟਰੀ ਇਨ ਰੋਂਗ ਸਬਸਿਡਰੀ ਬੁੱਕ। ਕਈ ਵਾਰੀ ਹੋ ਜਾਂਦਾ ਕਿ ਜਦੋਂ ਰਿਕਾਰਡਿੰਗ ਕਰ ਰਹੇ ਹੁੰਦੇ ਆ ਬੁੱਕਸ ਦੇ ਵਿੱਚ ਵੈਲਿਊਜ਼ ਨੂੰ ਲਿਖ ਰਹੇ ਹੁੰਦੇ ਆ ਤਾਂ ਆਪਾਂ ਗਲਤ ਬੁੱਕ ਦੇ ਵਿੱਚ ਐਂਟਰੀਜ਼ ਨੂੰ ਰਿਕਾਰਡ ਕਰ ਦਿੰਦੇ ਹਾਂ। ਹੁਣ ਜਿੱਥੇ ਇਹਨਾਂ ਨੇ ਆਪਾਂ ਨੂੰ ਦੱਸਿਆ ਕਿ ਆਪਾਂ ਗੁੱਡਸ ਆ ਜਿਹੜੀਆਂ ਪਰਚੇਜ਼ ਕੀਤੀਆਂ ਸੀਗੀਆਂ ਕਿਸੇ ਮੁਰਾਰੀ ਨਾਂ ਦੇ ਪਰਸਨ ਤੋਂ, ਇੰਨੀਆਂ ਉਹਦੀਆਂ ਵੈਲਿਊ ਸੀਗੀਆਂ, ਅਤੇ ਉਹਨੂੰ ਅਸੀਂ ਕੀ ਕਰਤਾ ਗਲਤੀ ਦੇ ਨਾਲ। ਹੁਣ ਕੀਤੀਆਂ ਅਸੀਂ ਕੀ ਆ? ਗੁੱਡਸ ਪਰਚੇਜ਼ ਆ, ਪਾ ਕਿੱਥੇ ਰਹੇ ਅਸੀਂ? ਸੇਲ ਬੁੱਕ ਦੇ ਵਿੱਚ। ਪਰਚੇਜ਼ ਐਂਡ ਸੇਲ ਬਿਲਕੁਲ ਓਪੋਜ਼ਿਟ ਹੋ ਗਏ। ਪਰਚੇਜ਼ ਦਾ ਮਤਲਬ ਸੀ ਸਾਡੇ ਐਕਸਪੈਂਸਿਸ, ਸੇਲ ਦਾ ਮਤਲਬ ਸਾਡੀ ਇਨਕਮ। ਹੁਣ ਜੇ ਅਸੀਂ ਐਕਸਪੈਂਸਿਸ ਨੂੰ ਇਨਕਮ ਵਾਲੀ ਸਾਈਡ ਸ਼ੋਅ ਕਰਾਂਗੇ ਤਾਂ ਓਬਵੀਅਸ ਆ ਗਲਤੀ ਹੋਏਗੀ। ਸੋ ਇਸ ਲਈ ਸਾਡੇ ਜਿਹੜੇ ਐਂਟਰੀ ਜਿਹੜੀ ਰੋਂਗ ਚੱਲ ਜਾਂਦੀ ਹੈ ਉਹਦੇ ਨਾਲ ਵੀ ਸਾਡੇ ਜਿਹੜੀਆਂ ਗਲਤੀਆਂ ਹੋ ਜਾਂਦੀਆਂ। ਟਰਾਇਲ ਬੈਲੈਂਸ ਦੇ ਵਿੱਚ ਕੋਈ ਫਰਕ ਨਹੀਂ ਆਊਗਾ, ਟਰਾਇਲ ਬੈਲੈਂਸ ਕੋਈ ਇਫੈਕਟ ਨਹੀਂ ਸ਼ੋਅ ਕਰੂਗਾ, ਬਿਕੋਜ਼ ਉਹਨੂੰ ਉਹੀ ਮਿਲੇਗਾ ਜੋ ਸਾਡੇ ਕੋਲ ਪਿੱਛੇ ਰਿਕਾਰਡ ਹੋਇਆ ਹੋਊਗਾ।
ਟੋਟਲ ਸਾਡਾ ਆਟੋਮੈਟਿਕਲੀ ਇਕੁਅਲ ਆਏਗਾ, ਬਿਕੋਜ਼ ਸੇਲ ਬੁੱਕ ਦੇ ਵਿੱਚ ਉਹ ਚੀਜ਼ ਸ਼ੋ ਹੋਊਗੀ ਤਾਂ ਉਹਦੇ ਨਾਲ ਸਾਡੇ ਜਿਹੜੇ ਸਟਾਕ ਆ ਉਹ ਵੀ ਉਸ ਚੀਜ਼ ਨੂੰ ਹੀ ਰਿਪਰੈਜ਼ੈਂਟ ਕਰਨਗੇ। ਸੋ ਉਹਦੇ ਕਰਕੇ ਕੋਈ ਵੀ ਟਰਾਇਲ ਬੈਲੈਂਸ ਦੇ ਵਿੱਚ ਫਰਕ ਨਹੀਂ ਆਊਗਾ। ਨੈਕਸਟ ਆਪਣੇ ਕੋਲ ਆ ਜਾਂਦਾ ਪੋਸਟਿੰਗ ਟੂ ਰੋਂਗ ਅਕਾਊਂਟ ਬਟ ਔਨ ਕਰੈਕਟ ਸਾਈਡ। ਗਲਤ ਖਾਤੇ ਦੇ ਵਿੱਚ ਸਹੀ ਸਾਈਡ ਪਾਤਾ, ਡੈਬਿਟ ਕ੍ਰੈਡਿਟ ਵਾਲੀ ਵੈਲਿਊਜ਼ ਸਹੀ ਆ ਬਟ ਖਾਤਾ ਗਲਤ ਆ ਜਿਹੜਾ ਤੁਸੀਂ ਉਹ ਚੂਜ਼ ਕਰ ਲਿਆ। ਹੁਣ ਇੱਥੇ ਆਪਾਂ ਨੂੰ ਉਹਨਾਂ ਨੇ ਕਿਹਾ ਵੀ ਗੁੱਡਸ ਰਿਟਰਨ ਕੀਤੀਆਂ ਗਈਆਂ ਸੀਗੀਆਂ ਸੁਰੇਸ਼ ਦੁਆਰਾ, ਕਰੈਕਟਲੀ ਉਹਨੂੰ ਐਂਟਰ ਕੀਤਾ ਸੀ ਸੇਲ ਰਿਟਰਨ ਬੁੱਕ ਦੇ ਵਿੱਚ, ਪਰ ਜਦੋਂ ਉਹਨੂੰ ਪੋਸਟ ਕਰਨਾ ਸੀਗਾ ਕੀ ਕਰਤਾ ਉਹਨੂੰ ਸਮੀਸ਼ ਦੀ ਬੁੱਕ ਦੇ ਵਿੱਚ ਅਸੀਂ ਉਹਨੂੰ ਲਿਖਣਾ ਸੀਗਾ ਸੁਰੇਸ਼ ਦੀ ਬੁੱਕ ਦੇ ਵਿੱਚ, ਕਿਉਂਕਿ ਸੁਰੇਸ਼ ਨੇ ਸਾਨੂੰ ਵਾਪਸ ਕੀਤੀਆਂ ਸੀ। ਇਹ ਵੀ ਲਿਖਤਾ ਵੀ ਰਿਟਰਨ ਹੋਈਆਂ ਬਟ ਕੀ ਕਰਤਾ ਕਿਸੇ ਹੋਰ ਦੇ ਨਾਮ 'ਤੇ, ਜਿਹਨੇ ਕੀਤੀਆਂ ਸੀ ਰਿਟਰਨ ਉਹਦੇ ਨਾਮ 'ਤੇ ਨਹੀਂ ਲਿਖਿਆ। ਇਹਨਾਂ ਲਿਖਤਾ ਕਿ ਬੁੱਕਸ ਜਿਹੜੀਆਂ ਸੀਗੀਆਂ ਉਹਦੇ ਵਿੱਚ ਕਿ ਸੇਲ ਵਾਪਸ ਆਈ ਆ, ਕਿੰਨੀ ਆਈ ਆ ਉਹ ਵੀ ਸਹੀ ਲਿਖਤਾ, ਪਰ ਨਾਮ ਕਿਸੇ ਹੋਰ ਦੇ ਵਿੱਚ ਜਿਹੜੀ ਆ ਮੈਂ ਐਂਟਰੀ ਆ ਉਹ ਟਰਾਂਸਫਰ ਕਰਤੀ। ਸੋ ਇਹਦੇ ਨਾਲ ਵੀ ਜਿਹੜਾ ਆਪਣਾ ਟਰਾਇਲ ਬੈਲੈਂਸ ਆ ਉਹ ਫਰਕ ਦੇ ਵਿੱਚ ਨਹੀਂ ਆਊਗਾ, ਬਟ ਇਹ ਸਾਡੀ ਗਲਤੀ ਜ਼ਰੂਰ ਹੋਏਗੀ। ਕੰਪਨਸੇਟਿੰਗ ਐਰਰ ਦਾ ਮਤਲਬ ਹੁੰਦਾ ਕਿ ਇਹ ਕਿਸੇ ਹੋਰ ਐਂਟਰੀ ਨੂੰ ਕੀ ਕੰਪਨਸੇਟ ਕਰ ਦਿੰਦੇ, ਵੀ ਇੱਕ ਦੀ ਗਲਤੀ ਨੂੰ ਦੂਸਰੀ ਗਲਤੀ ਹੈ ਜਿਹੜੀ ਕੀ ਉਹ ਇਕੁਅਲ ਕਰ ਦਿੰਦੀ ਹੈ। ਮਤਲਬ ਕਿ ਕਈ ਵਾਰੀ ਹੁੰਦਾ ਕਿ ਕਿਸੇ ਅਕਾਊਂਟ ਦਾ ਡੈਬਿਟ ਵੱਧ ਆ ਜਾਂਦਾ, ਕਿਸੇ ਦਾ ਕ੍ਰੈਡਿਟ ਵੱਧ ਆ ਜਾਂਦਾ, ਤਾਂ ਕੁਛ ਐਂਟਰੀਜ਼ ਇੱਦਾਂ ਦੀਆਂ ਹੁੰਦੀਆਂ ਵੀ ਇੱਕ ਦੂਸਰੇ ਨੂੰ ਕੀ ਆ ਇਕੁਅਲ ਕਰ ਦਿੰਦੀਆਂ। ਬਾਈ ਮਿਸਟੇਕ ਆਪਾਂ ਕੀ ਦੋਨੋਂ ਸਾਈਡਸ ਨੂੰ ਕੀ ਇਕੁਅਲ ਕਰ ਸਕਦੇ ਹਾਂ, ਇੱਕ ਜਗ੍ਹਾ ਅਤੇ ਦੂਸਰੀ ਜਗ੍ਹਾ ਜਿਹੜੀ ਆ ਉਹ ਬਰਾਬਰ ਹੋ ਜਾਂਦੀ ਹੈ। ਛੋਟੇ ਮੋਟੇ ਡੈਬਿਟਸ ਦੇ ਨਾਲ ਜਾਂ ਛੋਟੀ ਮੋਟੀ ਅਮਾਊਂਟ ਦੇ ਫਰਕ ਨਾਲ ਜੋ ਗਲਤ ਪੈ ਜਾਂਦੀ ਆ ਤਾਂ ਉਹਦੇ ਨਾਲ ਸਾਡੇ ਡੈਬਿਟ ਐਂਡ ਕ੍ਰੈਡਿਟ ਦੋਨਾਂ ਦਾ ਟੋਟਲ ਕੀ ਹੈ ਬਰਾਬਰ ਆ ਜਾਂਦਾ। ਜਦੋਂ ਇੱਦਾਂ ਦੀਆਂ ਕੰਪਨਸੇਸ਼ਨਸ ਹੋ ਜਾਂਦੀਆਂ, ਐਰਰਸ ਹੋ ਜਾਂਦੀਆਂ, ਤਾਂ ਉਹਦੇ ਨਾਲ ਵੀ ਸਾਨੂੰ ਬਹੁਤ ਸਾਰੇ ਲੋਸਿਸ ਦੇਖਣ ਨੂੰ ਮਿਲਦੇ ਆ। ਨੈਕਸਟ ਹੈਗਾ ਐਰਰ ਆਫ ਪ੍ਰਿੰਸੀਪਲ। ਐਰਰ ਆਫ ਪ੍ਰਿੰਸੀਪਲ ਦੇ ਵਿੱਚ ਕੀ ਹੁੰਦਾ ਕਿ ਜੋ ਵੀ ਅਸੀਂ ਟਰਾਇਲ ਬੈਲੈਂਸ ਬਣਾਇਆ ਹੈ ਜਾਂ ਡੈਬਿਟ ਐਂਡ ਕ੍ਰੈਡਿਟ ਵੈਲਿਊਜ਼ ਪਾਈਆਂ ਉਹਨੂੰ ਅਸੀਂ ਲਿਖ ਤਾਂ ਰਹੇ ਹਾਂ ਬਟ ਉਹਦੀਆਂ ਜਿਹੜੀਆਂ ਐਂਟਰੀਜ਼ ਆ ਉਹ ਅਸੀਂ ਗਲਤ ਰੂਲ ਦੇ ਨਾਲ ਪਾ ਰਹੇ ਹਾਂ। ਪ੍ਰਿੰਸੀਪਲ ਦੇ ਵਿੱਚ ਜਿਵੇਂ ਹੁੰਦਾ ਆਪਣੇ ਕੋਲ 3 ਰੂਲ ਹੁੰਦੇ ਆ, ਰੀਅਲ, ਪਰਸਨਲ, ਇੱਕ ਹੁੰਦਾ ਆਪਣੇ ਕੋਲ ਨੋਮੀਨਲ। ਹੁਣ ਅਸੀਂ ਐਂਟਰੀਜ਼ ਸਹੀ ਪਾਉਣੀਆਂ ਹੁੰਦੀਆਂ, ਜੇ ਅਸੀਂ ਰੀਅਲ ਦੀਆਂ ਵੈਲਿਊਜ਼ ਨੂੰ ਪਰਸਨਲ ਦੇ ਨਾਲ ਪਾਈ ਜਾਵਾਂਗੇ ਤਾਂ ਸਾਡੀ ਗਲਤ ਹੋ ਜੂਗੀ ਐਂਟਰੀ, ਜੇ ਅਸੀਂ ਪਰਸਨਲ ਨੂੰ ਨੋਮੀਨਲ ਦੇ ਨਾਲ ਪਾਵਾਂਗੇ ਤਾਂ ਵੀ ਸਾਡੀਆਂ ਐਂਟਰੀਜ਼ ਜਿਹੜੀਆਂ ਗਲਤ ਹੋਣਗੀਆਂ। ਅਮਾਊਂਟ ਬੇਸ਼ੱਕ ਅਸੀਂ ਲਿਖ ਰਹੇ ਹਾਂ ਬਟ ਅਗਰ ਅਸੀਂ ਐਰਰਸ ਹੀ ਇੱਦਾਂ ਦੇ ਕਰਤੇ, ਸਾਡੇ ਰੂਲਸ ਹੀ ਅਸੀਂ ਗਲਤ ਕਰਤੇ, ਰੋਂਗ ਜਿਹੜੇ ਆ ਰੂਲਸ ਉਹਨਾਂ ਨੂੰ ਐਪਲੀਕੇਬਲ ਕਰ ਲਿਆ, ਤਾਂ ਵੀ ਸਾਡੀਆਂ ਚੀਜ਼ਾਂ ਗਲਤ ਹੋ ਜਾਣਗੀਆਂ। ਸੋ ਇਸ ਤੋਂ ਬਾਅਦ ਆਪਣੇ ਕੋਲ ਆ ਜਾਂਦੇ ਆ ਡਿਟੈਕਸ਼ਨ, ਵੀ ਆਪਾਂ ਇਹਨਾਂ ਨੂੰ ਪਤਾ ਕਿਵੇਂ ਕਰ ਸਕਦੇ ਹਾਂ ਕਿ ਐਰਰਸ ਹੋਏ ਕਿੱਦਾਂ ਜਾਂ ਕੀ ਗੱਲ ਆ। ਸੋ ਇਹਦੇ ਲਈ ਆਪਾਂ ਨੂੰ ਕਿ ਸਭ ਤੋਂ ਪਹਿਲਾਂ ਆਪਣੇ ਸਾਰੇ ਡਾਊਟਸ ਆ ਜਿਹੜੇ ਉਹ ਕਲੀਅਰ ਕਰਨ ਦੇ ਲਈ ਜਿੰਨੀ ਵੀ ਸਾਡੇ ਕੋਲ ਐਂਟਰੀਜ਼ ਲਿਖੀਆਂ ਹੋਈਆਂ ਉਹਨਾਂ ਨੂੰ ਕੀ ਕ੍ਰੋਸ ਚੈੱਕ ਕਰਨਾ ਜ਼ਰੂਰੀ ਆ। ਸਭ ਤੋਂ ਪਹਿਲਾਂ ਉਹਨਾਂ ਦੀ ਚੈਕਿੰਗ ਹੋਏਗੀ। ਸੋ ਉਸ ਤੋਂ ਬਾਅਦ ਆਪਣੇ ਕੋਲ ਕੁਛ ਸਟੈਪ ਆ ਜਿਹਦੇ ਵਿੱਚ ਆਪਣਾ ਫਸਟ ਸਟੈਪ ਦੇਖਦੇ ਹਾਂ। ਸਭ ਤੋਂ ਪਹਿਲਾਂ ਕਿ ਇਹ ਰੀਚੈੱਕ ਹੋਣੇ ਬਹੁਤ ਜ਼ਰੂਰੀ ਹੈ। ਟਰਾਇਲ ਬੈਲੈਂਸ ਜਾਂ ਸਾਡੇ ਜਿੰਨੇ ਵੀ ਅਕਾਊਂਟਸ ਆ ਉਹਨਾਂ ਦੀ ਰੀਚੈਕਿੰਗ ਹੋਣੀ ਕਾਫੀ ਲਾਜ਼ਮੀ ਆ। ਅਗਰ ਰੀਚੈਕਿੰਗ ਹੁੰਦੀ ਹੈ ਤਾਂ ਸਾਨੂੰ ਪਤਾ ਚੱਲ ਜਾਂਦਾ ਵੀ ਕਿੱਥੇ ਗਲਤੀ ਹੋਈ ਹੈ ਜਾਂ ਕਿੱਥੇ ਨਹੀਂ। ਟੋਟਲ ਜਿਹੜੇ ਆ ਬਾਰ-ਬਾਰ ਚੈੱਕ ਹੋਣੇ ਚਾਹੀਦੇ ਆ। ਡੈਬਿਟ ਅਤੇ ਕ੍ਰੈਡਿਟ ਬੈਲੈਂਸ ਆ ਜਿਹੜੇ ਉਹ ਮਸਟ ਕੀ ਹੈ ਸਾਨੂੰ ਸਹੀ ਦਿਖਣੇ ਚਾਹੀਦੇ ਆ, ਸਹੀ ਸਾਈਡ 'ਤੇ ਹੋਣੇ ਚਾਹੀਦੇ ਆ ਟਰਾਇਲ ਬੈਲੈਂਸ ਦੇ। ਇਹ ਚੀਜ਼ ਦਾ ਧਿਆਨ ਰੱਖਣਾ ਪਏਗਾ। ਜਿਹੜੇ ਡਿਵਾਈਡ ਹੋਣੇ ਚਾਹੀਦੇ ਆ ਟਰਾਇਲ ਬੈਲੈਂਸ ਦੇ, ਜਿਹੜੇ ਟਰਾਇਲ ਬੈਲੈਂਸ ਆ ਉਹਨੂੰ 2 ਹਿੱਸਿਆਂ ਦੇ ਵਿੱਚ ਡਿਵਾਈਡ ਕੀਤਾ ਜਾਣਾ ਚਾਹੀਦਾ, ਡੈਬਿਟ ਐਂਡ ਕ੍ਰੈਡਿਟ ਦੇ ਵਿੱਚ। ਔਰ ਦੋਨੋਂ ਸਾਈਡਾਂ ਜਿਹੜੀਆਂ ਉਹਨਾਂ ਨੂੰ ਬਾਰ-ਬਾਰ ਚੈੱਕ ਕਰਕੇ ਦੇਖਣਾ ਪਏਗਾ ਕਿ ਜੋ ਅਸੀਂ ਲਿਖਿਆ ਉਹ ਸਹੀ ਹੈ। ਈਵਨ ਕਿ ਸਾਨੂੰ ਅਮਾਊਂਟਸ ਵੀ ਚੈੱਕ ਕਰਦੇ ਰਹਿਣਾ ਚਾਹੀਦਾ ਹੈ ਕਿ ਜੇ ਅਸੀਂ ਕਿਸੇ ਜਗ੍ਹਾ 'ਤੇ 39 ਲਿਖਿਆ ਤਾਂ ਸਾਨੂੰ ਕ੍ਰੋਸ ਚੈੱਕ ਕਰਨਾ ਪਏਗਾ ਕਿ ਇਹ 39 ਹੀ ਸੀ, ਕੋਈ ਹੋਰ ਵੈਲਿਊ ਤਾਂ ਨਹੀਂ ਸੀ ਜਾਂ ਕੋਈ ਹੋਰ ਵੈਲਿਊ ਦੇ ਨਾਲ ਇਹਨੂੰ ਲਿਖਣਾ ਸੀ। ਸੋ ਇਹ ਚੀਜ਼ਾਂ ਜਿਹੜੀਆਂ ਕੇਅਰਫੁਲੀ ਸਾਨੂੰ ਚੈੱਕ ਕਰਨਾ ਪਏਗਾ, ਤਾਂ ਹੀ ਅਸੀਂ ਇੱਦਾਂ ਦੀਆਂ ਗਲਤੀਆਂ ਨੂੰ ਪਤਾ ਕਰ ਸਕਦੇ ਹਾਂ, ਈਵਨ ਕਿ ਲੱਭ ਸਕਦੇ ਹਾਂ। ਨੈਕਸਟ ਆਪਣੇ ਕੋਲ ਆ ਜਾਂਦਾ ਇਹ ਹਮੇਸ਼ਾ ਸ਼ੋਰ ਕਰ ਲੈਣਾ ਚਾਹੀਦਾ ਵੀ ਕੈਸ਼ ਅਤੇ ਬੈਂਕ ਬੈਲੈਂਸ ਜੋ ਅਸੀਂ ਲੈ ਕੇ ਆਏ ਹਾਂ ਪੁਰਾਣੇ ਅਕਾਊਂਟਸ ਦੇ ਵਿੱਚੋਂ ਉਹ ਸਹੀ ਹੈ ਕਿ ਨਹੀਂ ਆ, ਉਹਨਾਂ ਨੂੰ ਬਾਰ-ਬਾਰ ਚੈੱਕ ਕਰਦੇ ਰਹਿਣਾ ਚਾਹੀਦਾ ਟਰਾਇਲ ਬੈਲੈਂਸ ਦੇ ਵਿੱਚ ਲਿਖਣ ਤੋਂ ਪਹਿਲਾਂ। ਫਿਰ ਆਪਣੇ ਕੋਲ ਆ ਜਾਂਦਾ ਕਿ ਜਿੰਨੇ ਵੀ ਸਾਡੇ ਕੋਲ ਅਕਾਊਂਟਸ ਆ ਉਹਨਾਂ ਦਾ ਟੋਟਲ ਹਰ ਵਾਰੀ ਚੈੱਕ ਹੋਣਾ ਚਾਹੀਦਾ ਵੀ ਇਹਦੇ ਵਿੱਚ ਕੀ ਪ੍ਰੋਬਲਮ ਹੋ ਸਕਦੀ ਹੈ। ਓਪਨਿੰਗ ਐਂਡ ਕ੍ਰੈਡਿਟ ਬੈਲੈਂਸ ਆ ਜਿਹੜਾ ਕਲੋਜ਼ਿੰਗ ਬੈਲੈਂਸ ਆ ਉਹਨੂੰ ਚੈੱਕ ਕਰਦੇ ਰਹਿਣਾ ਚਾਹੀਦਾ, ਕਿਉਂਕਿ ਜ਼ਿਆਦਾਤਰ ਗਲਤੀਆਂ ਉਦੋਂ ਹੀ ਹੁੰਦੀਆਂ ਜਦੋਂ ਅਸੀਂ ਇੱਕ ਅਕਾਊਂਟ ਤੋਂ ਦੂਸਰੇ ਅਕਾਊਂਟ ਦੇ ਵਿੱਚ ਟਰਾਂਸਫਰ ਕਰਦੇ ਹਾਂ। ਐਰਰ ਆ ਜਿਹੜੇ ਜ਼ਿਆਦਾਤਰ ਟਰਾਂਸਪੋਰਟੇਸ਼ਨ ਦੇ ਕਰਕੇ ਹੁੰਦੇ, ਜਦੋਂ ਇੱਕ ਜਗ੍ਹਾ ਤੋਂ ਦੂਸਰੀ ਜਗ੍ਹਾ ਨੂੰ ਲੈ ਕੇ ਜਾਂਦੇ ਹਾਂ ਕਿਸੇ ਵੀ ਵੈਲਿਊ ਨੂੰ, ਉਦੋਂ ਚੀਜ਼ਾਂ ਰੋਂਗ ਹੋ ਜਾਂਦੀਆਂ। ਸੋ ਉਹਨਾਂ ਨੂੰ ਧਿਆਨ ਦੇ ਵਿੱਚ ਰੱਖਣਾ ਚਾਹੀਦਾ ਹੈ। ਕੋਈ ਵੀ ਡਿਫਰੈਂਸ ਆ ਜਿਹੜਾ ਜਿਵੇਂ ਰਾਊਂਡ ਆਫ ਹੁੰਦੇ ਆ, ਜਿਵੇਂ 100, 10,
1000 ਇਹਨਾਂ ਦਾ ਧਿਆਨ ਰੱਖਣਾ ਚਾਹੀਦਾ ਵੀ ਕਿਤੇ ਅਸੀਂ 110 ਵੱਧ ਤਾਂ ਨਹੀਂ ਲਗਾਤੀ ਜਾਂ ਘੱਟ ਤਾਂ ਨਹੀਂ ਲਗਾ ਦੀ। ਜਾਂ ਆਪਣੇ ਕੋਲ ਹੋਰ ਜਿਹੜੇ ਹੁੰਦੇ ਆ ਸਬਸਿਡਰੀ ਬੁੱਕਸ ਦੀਆਂ ਉਹਨਾਂ ਦੀਆਂ ਪੋਸਟਿੰਗਸ ਨੂੰ ਦੇਖਦੇ ਰਹਿਣਾ ਚਾਹੀਦਾ, ਸਬਸਿਡਰੀ ਬੁੱਕ ਨੂੰ ਚੈੱਕ ਕਰਦੇ ਰਹਿਣਾ ਚਾਹੀਦਾ, ਜਰਨਲ ਨੂੰ ਚੈੱਕ ਕਰਦੇ ਰਹਿਣਾ ਚਾਹੀਦਾ, ਟਰਾਇਲ ਬੈਲੈਂਸ ਨੂੰ ਬਾਰ-ਬਾਰ ਦੇਖਦੇ ਰਹਿਣਾ ਚਾਹੀਦਾ ਵੀ ਕੀ ਮਿਸਟੇਕਸ ਹੋਈਆਂ। ਸੋ ਆਪਣੇ ਕੋਲ ਅੱਜ ਇੰਨਾ ਹੀ ਟੌਪਿਕ ਸੀਗਾ। ਨੈਕਸਟ ਆਪਾਂ ਆਪਣੇ ਅਗਲੇ ਟੌਪਿਕ ਦੇ ਵਿੱਚ ਕਵਰ ਕਰਾਂਗੇ। ਆਈ ਹੋਪ ਕਿ ਤੁਹਾਨੂੰ ਇਹ ਸਮਝ ਆਇਆ ਹੋਊਗਾ। ਅਗਰ ਕਿਸੇ ਨੂੰ ਕੋਈ ਡਾਊਟ ਹੁੰਦਾ ਹੈ ਤਾਂ ਉਹ ਆਪਣੇ ਡਾਊਟਸ ਜ਼ਰੂਰ ਕਲੀਅਰ ਕਰਿਆ ਕਰੋ। ਅੱਜ ਦੇ ਟੌਪਿਕ ਦੇ ਵਿੱਚ ਆਪਣਾ ਇੰਨਾ ਹੀ ਆ। ਜਿਹੜੀਆਂ ਜਰਨਲਸ ਵਗੈਰਾ ਨੇ ਉਹਨਾਂ ਨੂੰ ਬਾਰ-ਬਾਰ ਚੈੱਕ ਕਰਦੇ ਰਵਾਂਗੇ ਨਾ ਤਾਂ ਸਾਡੇ ਕੋਲ ਜਿਹੜੇ ਕੀ ਹੈ ਸਾਡੇ ਜਿਹੜੇ ਟਰਾਇਲ ਬੈਲੈਂਸ ਦੇ ਜਿਹੜੇ ਡਿਫਰੈਂਸਿਸ ਆ ਉਹ ਨਹੀਂ ਦਿਖਣਗੇ। ਈਵਨ ਕਿ ਅਸੀਂ ਆਪਦੀਆਂ ਪ੍ਰੋਬਲਮਸ ਨੂੰ ਵੀ ਰੈਕਟੀਫਾਈ ਕਰ ਸਕਦੇ ਹਾਂ। ਕੱਲ੍ਹ ਦੇ ਟੌਪਿਕ ਦੇ ਵਿੱਚ ਆਪਾਂ ਦੇਖਾਂਗੇ ਰੈਕਟੀਫਿਕੇਸ਼ਨ ਆਫ ਐਰਰਸ, ਕਿੱਦਾਂ ਅਸੀਂ ਐਰਰਸ ਨੂੰ ਰੈਕਟੀਫਾਈ ਕਰ ਸਕਦੇ ਹਾਂ। 3 ਪੁਆਇੰਟਸ ਹੋਣਗੇ। ਸੋ ਆਪਾਂ ਨੈਕਸਟ ਵੀਡੀਓ ਦੇ ਵਿੱਚ ਇਹਨੂੰ ਕਵਰ ਅਪ ਕਰਾਂਗੇ। ਐਂਡ ਥੈਂਕ ਯੂ, ਹੈਵ ਅ ਨਾਈਸ ਡੇ।